जी जंत सब वस तेरा सगल तेरी सारिया। हे वाहिगुरु जी, जितने भी जीव जंत ने सूखम ते असूल, कीड़ी तो लैके हाथी तक, उच्चे नीवे सारे तेरे वस ने। सगल तेरी सारिया ते तैनू सारियां दी ही सारिया खबरसार हमेशा ਲਈ ਮਿਲਦੀ ਰਹਿੰਦੀ ਹੈ। ਸਗਲ ਤੇਰੀ ਸਾਰਿਆ, हे ਵਾਹਿਗੁਰੂ, ਸਾਰੇ ਤੇਰੀ ਹੀ ਸਾਰ ਸੰਭਾਲਦੇ ਆਸਰੇ ਜੀ ਰਹੇ ਹਨ। आप करता आप भुगता आप सगल विचारिया। हे ਵਾਹਿਗੁਰੂ ਜੀ, ਤੂੰ ਆਪ ਹੀ ਕਰਤਾ ਪੁਰਖ ਹੈ, ਆਪ ਹੀ ਭੋਗਤਾ, ਆਪਣੇ ਕੀਤੇ ਕਰਮਾਂ ਦੇ ਫਲ ਨੂੰ ਭੋਗਣ ਵਾਲਾ ਜੀਵ ਵੀ ਆਪ ਹੈ, ਆਪ ਸਗਲ ਵਿਚਾਰੀਆ। हे ਵਾਹਿਗੁਰੂ, ਤੂੰ ਆਪ ਸਾਰੇ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਨ ਵਾਲਾ ਵੀ ਤੂੰ ਹੀ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਨੂੰ ਪੈਦਾ ਵੀ ਆਪ ਕਰਦਾ ਹੈ ਤੇ ਫਿਰ ਆਪ ਹੀ ਕੀਤੇ ਕਰਮਾਂ ਦਾ ਫਲ ਦੁੱਖ ਸੁੱਖ ਵੀ ਦਿੰਦਾ ਹੈ ਤੇ ਫਿਰ ਸਾਰੇ ਜੀਵਾਂ ਦੇ ਕਰਮਾਂ ਦੀ ਵਿਚਾਰ ਵੀ ਆਪ ਕਰਦਾ ਹੈ। ਬਿਨਵੰਤ ਨਾਨਕ ਗੁਣ ਗਾਏ ਜੀਵਾ, ਹਰ ਜਪ ਜਪੋ ਬਨਵਾਰੀਆ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਮੈਂ ਤੇ ਤੇਰੇ ਗੁਣਾਂ ਨੂੰ ਗਾ ਗਾ ਕੇ ਜੀ ਰਿਹਾ ਹਾਂ ਤੇ ਨਾਲ ਹਰ ਜਪ ਜਪੋਂ ਬਨਵਾਰੀਆ। हे ਸੰਸਾਰ ਬਾਗ ਦੇ ਮਾਲੀ ਵਾਹਿਗੁਰੂ, ਨਾਲ ਦੀ ਨਾਲ ਮੈਂ ਤੇਰੇ ਨਾਮ ਜਪ ਨੂੰ ਵੀ ਜਪਦਾ ਹਾਂ। ਇੱਕ ਪਾਸੇ ਤੇਰੇ ਗੁਣਾਂ ਨੂੰ ਗਾ ਰਿਹਾ ਹਾਂ, ਕੀਰਤਨ ਕਰ ਰਿਹਾ ਹਾਂ, ਦੂਸਰੇ ਪਾਸੇ ਤੇਰੇ ਨਾਮ ਨੂੰ ਸਤਨਾਮ ਵਾਹਿਗੁਰੂ ਨੂੰ ਜਪ ਰਿਹਾ ਹਾਂ। ਤੇਰਾ ਦਰਸ ਅਪਾਰ ਨਾਮ ਅਮੋਲਈ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਤੇਰਾ ਦਰਸ਼ਨ ਅਪਾਰ ਹੈ, ਤੇਰਾ ਦਰਸ਼ਨ ਅਪਰਪਾਰ ਹੈ, ਤੇਰਾ ਦਰਸ਼ਨ ਬੜਾ ਦੁਰਲਭ ਹੈ। ਨਾਮ ਅਮੋਲੀ ਜੀਓ, हे ਪਿਆਰੇ ਜੀਓ, ਤੇਰਾ ਨਾਮ ਵੀ ਬੜਾ ਅਮੋਲਕ ਹੈ। ਠੀਕ ਹੈ, ਦੁਨੀਆ ਵਿੱਚ ਸਾਧਨ ਤਾਂ ਹੋਰ ਵੀ ਬੜੇ ਨੇ, ਪਦਾਰਥ ਵੀ ਬੇਅੰਤ ਨੇ, ਪਰ ਸਤਿਗੁਰੂ ਦੇ ਬਚਨ ਹਨ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਤੁਲ ਕਛ ਅਵਰ ਨਾ ਹੋਏ। ਤੇਰਾ ਨਾਮ ਸਾਰੇ ਸਾਧਨਾ ਤੋਂ, ਸਾਰੇ ਪਦਾਰਥਾਂ ਤੋਂ ਅਮੋਲਕ ਹੈ। ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲਈ ਜੀਓ। हे ਵਾਹਿਗੁਰੂ ਜੀਓ, ਤੁਸੀਂ ਅਤੋਲਈ ਦਾ ਤੋਲਣ ਤੋਂ ਰਹਿਤ ਬਹੁਤ ਵੱਡੇ ਇੱਕ ਮਹਾਂਪੁਰਖ ਹੋ। ਨਿਤ ਜਪ ਹੈ ਤੇਰੇ ਦਾਸ, ਜਿਹੜੇ ਤੇਰੇ ਦਾਸ ਹਨ, ਭਾਵ ਨਾਮ ਜਪਣ ਵਾਲੇ, ਸੇਵਾ ਭਗਤੀ ਕਰਨ ਵਾਲੇ ਜਿਹੜੇ ਤੇਰੇ ਦਾਸ ਹਨ, ਨਿਤ ਜਪ ਹੈ, ਉਹ ਹਮੇਸ਼ਾ ਲਈ ਤੈਨੂੰ ਜਪਦੇ ਨੇ, ਭਾਵ ਤੇਰਾ ਨਾਮ ਜਪਦੇ ਹਨ ਤੇ ਤੂੰ ਤੋਲਣ ਤੋਂ ਰਹਿਤ ਬਹੁਤ ਵੱਡਾ ਮਹਾਂਪੁਰਖ ਹੈ। ਸੰਤ ਰਸਨ ਬੂਠਾ ਆਪ ਤੂਠਾ, ਹਰ ਰਸੈ ਸੇਈ ਮਾਤਿਆ। हे ਵਾਹਿਗੁਰੂ ਜੀ, ਸੰਤ ਰਸਨ ਬੂਠਾ, ਤੂੰ ਮਹਾਂਪੁਰਖਾਂ ਦੀ ਰਸਨਾ ਤੇ ਵਸ ਰਿਹਾ ਹੈ ਤੇ ਆਪ ਤੂਠਾ, ਤੂੰ ਆਪ ਹੀ ਉਹਨਾਂ ਸੰਤਾਂ ਤੇ ਪ੍ਰਸੰਨ ਹੁੰਨਾ। ਹਰ ਰਸਹਿ ਸੇਈ ਮਤਿਆ, ਸਤਿਗੁਰੂ ਫਰਮਾਉਂਦੇ ਨੇ, ਉਹ ਸੰਤ ਲੋਕ ਹਮੇਸ਼ਾ ਲਈ ਤੇਰੇ ਨਾਮ ਦੇ ਬਾਣੀ ਦੇ ਰਸ ਵਿੱਚ ਮਤਿਆ ਮਸਤ ਹੋਏ ਰਹਿੰਦੇ ਹਨ। ਗੁਰ ਚਰਨ ਲਾਗੇ ਮਹਾ ਭਾਗੇ, ਸਦਾ ਅਨ ਦਿਨ ਜਾਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਗੁਰਸਿੱਖ ਮਾਈ ਪਾਈ ਗੁਰ ਚਰਨ ਲਾਗੇ, ਗੁਰੂ ਦੇ ਚਰਨੀ ਲਾਗੇ, ਮਹਾ ਭਾਗੇ, ਉਹ ਬਹੁਤ ਉੱਚੇ ਭਾਗਾਂ ਵਾਲੇ ਬਣ ਗਏ। ਸਤਿਗੁਰ ਪੂਰ ਕਰਮ, ਨਾਨਕ ਪੂਰ ਕਰਮ, ਸਤਿਗੁਰ ਚਰਨੀ ਲੱਗਿਆ। ਅਥਵਾ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤੇ ਆ। ਹਜ਼ੂਰ ਕਹਿੰਦੇ ਨੇ, ਜੋ ਗੁਰੂ ਦੇ ਚਰਨੀ ਲਾਗੇ, ਉਹ ਬਹੁਤ ਉੱਚੇ ਭਾਗਾਂ ਵਾਲੇ ਹੋ ਗਏ, ਸਦਾ ਅੰਦਨ ਜਾਗਿਆ। ਫਿਰ ਉਹਨਾਂ ਦਾ ਮਨ ਦਿਨ ਰਾਤ ਸਿਮਰਨ ਦੇ ਵਿੱਚ ਜਾਗ ਪਿਆ। ਅਥਵਾ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਵਾਹਿਗੁਰੂ ਦੇ ਜਸ ਕੀਰਤਨ ਦੇ ਵਿੱਚ ਹਮੇਸ਼ਾ ਲਈ ਉਹਨਾਂ ਦਾ ਮਨ ਜਾਗ ਪਿਆ। ਸਦ ਸਦਾ ਸਿਮਰਤ ਹੈ ਸੁਆਮੀ, ਸਾਸ ਸਾਸ ਗੁਣ ਬੋਲਈ। ਸਦਾ ਸਦਾ ਸਿਮਰਤਬ ਸੁਆਮੀ, ਸਿਮਰਤਬ ਇਉਂ ਉਚਾਰਨ ਕਰਨਾ, ਸਦਾ ਸਦਾ ਸਿਮਰਤਬ ਸੁਆਮੀ, ਸਾਸ ਸਾਸ ਗੁਣ ਬੋਲੇ। ਉਹ ਗੁਰਮੁਖ ਪਿਆਰੇ ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਮਾਲਕ ਸੁਆਮੀ ਵਾਹਿਗੁਰੂ ਨੂੰ ਸਿਮਰਤਬ ਸਿਮਰਦੇ ਨੇ।
ਉਹ ਹਮੇਸ਼ਾ ਲਈ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਸਾਸ-ਸਾਸ ਗੁਣ ਬੋਲੇ। ਸਵਾਸ ਨਾਲ ਉਹ ਵਾਹਿਗੁਰੂ ਦੇ ਗੁਣਾਂ ਨੂੰ ਵੀ ਬੋਲੀ ਉਚਾਰਨ ਕਰਦੇ ਹਨ। ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੇਨਤੀ ਪੂਰਵਕ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧੂਰ ਸਾਧੂ, ਅਸੀਂ ਤੇ ਸਾਧੂ ਸਤਿਗੁਰੂ ਦੇ ਚਰਨਾਂ ਦੀ ਧੂੜ ਹਾਂ। ਨਾਮ ਪ੍ਰਭੂ ਅਮੋਲਈ, ਤੇ ਵਾਹਿਗੁਰੂ ਦਾ ਨਾਮ ਬੜਾ ਹੀ ਅਮੋਲਕ ਹੈ। ਅਸੀਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਕੇ ਤੇ ਹਰ ਵੇਲੇ ਉਸ ਅਮੋਲਕ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਹਾਂ, ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਲੋ ਹੁਣ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਇਹਦੇ ਵਿੱਚ 21 ਰਾਗ ਸਤਿਗੁਰੂ ਮਹਾਰਾਜ ਨੇ ਲਿਖੇ, 31 ਰਾਗ ਲਿਖੇ। ਉਹਨਾਂ 31 ਰਾਗਾਂ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਾਣੀ ਨੂੰ ਤਰਤੀਬ ਦਿੱਤੀ ਉਹ ਇਸ ਤਰ੍ਹਾਂ ਸੀ। ਜੇ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਕਿਸੇ ਰਾਗ ਵਿੱਚ ਉਚਾਰਨ ਕੀਤੀ ਹੋਈ ਸੀ, ਸਭ ਤੋਂ ਪਹਿਲਾ ਦਰਜਾ ਉਹਨੂੰ ਦਿੱਤਾ। ਫਿਰ ਦੂਸਰੇ ਨੰਬਰ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਨੂੰ, ਤੀਸਰੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਨੂੰ, ਚੌਥੇ ਨੰਬਰ ਤੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ, ਪੰਜਵੇਂ ਨੰਬਰ ਤੇ ਆਪਣੀ ਬਾਣੀ ਸਤਿਗੁਰੂ ਨੇ ਲਿਖਵਾਈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਸਾਰੀ ਤਰਤੀਬ ਬਣਾਈ। ਪਹਿਲਾਂ ਚੌਪਦੇ ਸ਼ਬਦ, ਦੋ ਪਦੇ ਸ਼ਬਦ, ਫਿਰ ਅਸ਼ਟਪਦੀਆਂ, ਫਿਰ ਛੰਤ। ਇਸੇ ਤਰ੍ਹਾਂ ਇਸੇ ਤਰਤੀਬ ਦੇ ਨਾਲ ਸਤਿਗੁਰੂ ਮਹਾਰਾਜ ਨੇ ਲਿਖਵਾਏ। ਤੇ ਫਿਰ ਰਾਗਾਂ ਦੇ ਅਖੀਰ ਉੱਤੇ ਗੁਰੂ ਮਹਾਰਾਜ ਨੇ ਭਗਤ ਬਾਣੀ ਲਿਖਵਾਈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੂੰ ਗੁਰੂ ਮਹਾਰਾਜ ਨੇ ਪਹਿਲਾ ਸਥਾਨ ਦਿੱਤਾ ਹੈ। ਜਦੋਂ ਵੀ ਭਗਤ ਬਾਣੀ ਗੁਰੂ ਮਹਾਰਾਜ ਨੇ ਲਿਖਵਾਈ ਤਾਂ ਭਗਤ ਕਬੀਰ ਜੀ ਦਾ ਪਹਿਲਾ ਸਥਾਨ ਆਇਆ ਹੈ। ਹੁਣ ਇੱਥੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਭਗਤ ਜੀ ਦੀ ਬਾਣੀ ਪਹਿਲਾਂ ਲਿਖਵਾ ਰਹੇ ਨੇ। ਰਾਗ ਧਨਾਸਰੀ, ਬਾਣੀ ਭਗਤ ਕਬੀਰ ਜੀ ਕੀ। ਰਾਗ ਧਨਾਸਰੀ, ਧਨਾਸਰੀ ਰਾਗ ਹੈ। ਭਾਵੇਂ ਧਨਾਸਰੀ ਨੂੰ ਮਾਲ ਕੌਂਸ ਦੀ ਰਾਗਣੀ ਹੀ ਮੰਨਿਆ ਗਿਆ ਹੈ, ਪਰ ਸਤਿਗੁਰੂ ਨੇ ਰਾਗ ਰਾਗਣੀ ਦਾ ਕੋਈ ਭੇਦ ਨਹੀਂ ਰੱਖਿਆ। ਇੱਥੇ ਰਾਗ ਗੱਗੇ ਨੂੰ ਔਂਕੜ ਦੇ ਨਾਲ ਵੀ ਇਹ ਰਾਗ ਸ਼ਬਦ ਨਾਲ, ਪੁਲਿੰਗ ਸ਼ਬਦ ਨਾਲ ਹੀ ਲਿਖਿਆ, ਰਾਗ ਧਨਾਸਰੀ, ਵੀ ਇਹ ਧਨਾਸਰੀ ਰਾਗ ਵਿੱਚ ਬਾਣੀ ਭਗਤ ਕਬੀਰ ਜੀ ਦੀ ਅੱਗੇ ਆਰੰਭ ਹੋ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੋ ਭਗਤ ਕਬੀਰ ਜੀ ਦੇ ਪਾਸ ਕੋਈ ਪ੍ਰੇਮੀ ਆਇਆ ਹੈ। ਉਸ ਨੇ ਭਗਤ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਤ ਜੀ ਕਿਰਪਾ ਕਰੋ, ਮੈਨੂੰ ਇਹ ਦੱਸੋ ਨਾਮ ਨੂੰ ਕਿਵੇਂ ਆਪਣੇ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ। ਤਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਦੀ ਜੋ ਸਿਧਾਂਤਰੂ ਪੰਕਤੀ ਹੈ ਉਹਦੇ ਵਿੱਚ ਵਰਣਨ ਕੀਤਾ ਹੈ। ਸੰਤ ਸੰਗਤ ਰਾਮ ਹਿਰਦੈ ਬਸਾਈ। ਸੰਤ ਵਿਅਕਤੀ ਉਹ ਹੁੰਦਾ ਹੈ ਜਿਹੜਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਪੂਰਨ ਸੰਤ ਦੀ ਡੈਫੀਨੇਸ਼ਨ ਸਤਿਗੁਰੂ ਨੇ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਦੀ ਸੰਗਤ ਵਿੱਚ ਜਾ ਕੇ ਹੀ ਰਾਮ ਹਿਰਦੈ ਵਸਾਈ, ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ ਹੈ। ਭਾਵ ਜਿਹੜੇ ਗੁਰਮੁਖ ਪਿਆਰੇ ਆਪ ਨਾਮ ਜਪਦੇ ਹਨ,
ਉਹਨਾਂ ਦੀ ਸੰਗਤ ਕਰਕੇ ਹੀ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ ਹੈ। ਕਿਉਂਕਿ ਸਾਡੀ ਅਰਦਾਸ ਵਿੱਚ ਵੀ ਗੁਰੂ ਮਹਾਰਾਜ ਨੇ ਅਥਵਾ ਗੁਰੂ ਦੇ ਸਾਜੇ ਨਵਾਜੇ ਪੰਥ ਨੇ ਇਹ ਸ਼ਬਦ ਸ਼ਾਮਲ ਕੀਤੇ ਹਨ ਵੀ ਹੇ ਵਾਹਿਗੁਰੂ, ਹੇ ਸਤਿਗੁਰੂ, ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਸੇ ਲਈ ਸੰਤ ਸੰਗਤ ਰਾਮ ਹਿਰਦੈ ਬਸਾਈ। ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਤੇ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸਨਕ ਸਨੰਦ ਮਹੇਸ਼ ਸਮਾਨਾ। ਭਗਤ ਕਬੀਰ ਜੀ ਫਰਮਾਉਂਦੇ ਹਨ, ਸਨਕ ਸਨੰਦਨ ਇਹ ਬ੍ਰਹਮਾ ਦੇ 4 ਪੁੱਤਰ ਹੋਏ ਨੇ। ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ, ਔਰ ਇਹ ਬਹੁਤ ਵੱਡੇ ਰਿਸ਼ੀ ਵੀ ਮੰਨੇ ਗਏ ਨੇ। ਇਹ ਜਿਹੜੇ ਸਨਕ, ਸਨੰਦਨ ਆਦਿਕ 4 ਬ੍ਰਹਮਾ ਦੇ ਪੁੱਤਰ ਤੇ ਮਹੇਸ਼ ਸ਼ਿਵ ਜੀ ਦਾ ਨਾਮ ਹੈ। ਤੇ ਸ਼ਿਵ ਜੀ ਦੇ ਸਮਾਨਾ ਸਮਾਨ ਭਾਵ ਸ਼ਿਵ ਜੀ ਵਰਗੇ ਜਿਹੜੇ ਹੋਰ ਵੀ ਦੇਵਤੇ ਨੇ, ਬੜੇ ਬੜੇ ਰਾਜ ਯੋਗੀ, ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਸੇਖ ਨਾਗ ਤੇਰੂ ਮਰਮ ਨਾ ਜਾਣਾ। ਤੇ ਸ਼ੇਸ਼ ਨਾਗ ਇੱਕ ਉਹ ਸੱਪ ਹੈ ਜਿਸਨੇ ਕਹਿੰਦੇ ਨੇ ਆ ਧਰਤੀ ਦਾ ਭਾਰ ਸਿਰ ਉੱਤੇ ਚੁੱਕਿਆ ਹੋਇਆ। ਇੱਕ ਪੌਰਾਣਿਕ ਕਥਾ ਹੈ ਬਈ ਆ ਧਰਤੀ ਦਾ ਭਾਰ ਸ਼ੇਸ਼ ਨਾਗ ਨੇ ਆਪਣੇ ਸਿਰ ਉੱਤੇ ਚੁੱਕਿਆ ਹੋਇਆ। ਉਹ ਸ਼ੇਸ਼ ਨਾਗ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਦਾ ਰਹਿੰਦਾ। ਇਹਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਐ ਸੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਦੱਸਿਆ ਹੈ ਵੀ ਸ਼ੇਸ਼ ਨਾਗ ਦਾ 1000 ਮੂੰਹ ਹੈ ਤੇ 2000 ਉਹਦੀਆਂ ਜ਼ੁਬਾਨਾਂ ਨੇ। 2000 ਜ਼ੁਬਾਨਾਂ ਤੋਂ ਨਿਤ ਨਵੇਂ ਤੋਂ ਨਵੇਂ ਉਹ ਵਾਹਿਗੁਰੂ ਦੇ ਸਿਫਾਤੀ ਨਾਮ ਉਚਾਰਨ ਕਰਦਾ, ਉਹ ਵੀ ਅੰਤ ਨਹੀਂ ਜਾਣ ਸਕਦਾ। ਇੱਥੇ ਭਗਤ ਕਬੀਰ ਜੀ ਵੀ ਇਹੀ ਗੱਲ ਆਖਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਸਨਕ ਸਨੰਦਨ ਵਰਗੇ ਬੜੇ ਬੜੇ ਰਿਸ਼ੀ ਨੇ, ਸ਼ਿਵ ਜੀ ਵਰਗੇ ਜਿਹੜੇ ਮਹਾਨ ਮਹਾਨ ਰਾਜ ਯੋਗੀ ਨੇ, ਤੇ ਸ਼ੇਸ਼ ਨਾਗ ਵਰਗੇ ਜਿਹੜੇ ਮਹਾਨ ਤਪਸਵੀ ਨੇ, ਉਹਨਾਂ ਨੇ ਵੀ ਤੇਰਾ ਮਰਮ ਦਾ ਅਰਥ ਹੈ ਭੇਤ ਨਹੀਂ ਜਾਣਿਆ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਸੰਤਾਂ ਦੀ ਸੰਗਤ ਜਾ ਕੇ, ਸੰਤਾਂ ਦੀ ਸੰਗਤ ਵਿੱਚ ਜਾ ਕੇ ਤੇ ਮੈਂ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ। ਕਿਉਂਕਿ ਸੰਗਤ ਵਿੱਚ ਜਾ ਕੇ ਹੀ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਫਿਰ ਉਹ ਨਾਮ ਮਨ ਦੇ ਵਿੱਚ ਵੀ ਵਸ ਜਾਂਦਾ ਹੈ। ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਹਨੂਮਾਨ ਵਰਗੇ ਜਿਹੜੇ ਆਪਣੇ ਆਪ ਨੂੰ ਬੜੇ ਸੂਰਬੀਰ ਬਹਾਦਰ ਮੰਨਦੇ ਨੇ, ਤੇ ਗਰੜ ਇਹ ਵਿਸ਼ਨੂੰ ਜੀ ਦਾ ਵਾਹਨ ਮੰਨਿਆ ਹੈ ਤੇ ਮਹਾਨ ਇਹ ਵੀ ਇੱਕ ਸ਼ਕਤੀਸ਼ਾਲੀ ਗਰੜ ਮੰਨਿਆ ਹੈ। ਹਨੂਮਾਨ ਵਰਗੇ ਤੇ ਗਰੜ ਸਮਾਨਾ ਜਿਹੜੇ ਗਰੜ ਵਰਗੇ ਜਿਹੜੇ ਮਹਾਨ ਪੰਛੀ ਨੇ, ਉਹ ਵੀ ਤਾਂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਵੀ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦੇ। ਸੁਰਪਤ ਨਰਪਤ ਨਹੀਂ ਗੁਣ ਜਾਣਾ। ਸੁਰਪਤ ਦਾ ਅਰਥ ਹੈ ਦੇਵਤਿਆਂ ਦਾ ਪਤੀ ਰਾਜਾ ਇੰਦਰ, ਤੇ ਨਰਪਤ ਜਿਹੜੇ ਲੋਕਾਂ ਦੇ ਰਾਜੇ ਨੇ, ਉਹਨਾਂ ਨੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਜਾਣਿਆ। 4 ਵੇਦ ਅਰ ਸਿਮਰਤ ਪੁਰਾਨਾ, ਕਮਲਾਪਤ ਕਵਲਾ ਨਹੀਂ ਜਾਣਾ। ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ, 4 ਵੇਦ ਜਿਹੜੇ 4 ਵੇਦ ਨੇ ਤੇ ਨਾਲ ਹੀ 27 ਸਿਮਰਤੀਆਂ ਅਤੇ ਜਿਹੜੇ 18 ਪੁਰਾਣ ਨੇ, ਅਥਵਾ ਇਹਨਾਂ ਵੇਦਾਂ ਨੂੰ ਰਚਣ ਵਾਲੇ ਜਿਹੜੇ ਰਿਸ਼ੀ ਨੇ, ਸਿਮਰਤੀਆਂ ਤੇ ਪੁਰਾਣਾਂ ਦੇ ਕਰਤੇ ਬਿਆਸ ਵਰਗੇ ਮਹਾਨ ਰਿਸ਼ੀ ਹਨ, ਇਹਨਾਂ ਨੇ ਵੀ ਤੇਰਾ ਅੰਤ ਨਹੀਂ ਜਾਣਿਆ। ਕਮਲਾਪਤ ਕਵਲਾ ਨਹੀਂ ਜਾਣਾ। ਕਮਲ ਦਾ ਪਤੀ ਕੌਣ ਹੈ? ਵਿਸ਼ਨੂੰ। ਤੇ ਕਵਲਾ ਦਾ ਅਰਥ ਹੈ ਲక్ష్ਮੀ। ਲక్ష్ਮੀ ਦਾ ਪਤੀ ਵਿਸ਼ਨੂੰ ਤੇ ਉਸ ਦੀ ਸ਼ਕਤੀ ਲక్ష్ਮੀ ਨੇ ਵੀ
ਤੇਰਾ ਅੰਤ ਨਹੀਂ ਜਾਣਿਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੇ ਸਰਨਾਹੀ। ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਭਗਤ ਕਬੀਰ ਜੀ ਆਖਦੇ ਨੇ, ਗੁਰਮੁਖੋ ਸੋ ਭਰਮੈ ਨਾਹੀ, ਉਹ ਕਦੇ ਭਰਮ ਦੇ ਵਿੱਚ ਨਹੀਂ ਪੈਂਦਾ, ਉਹ ਕਦੇ ਵਹਿਮਾਂ ਦਾ ਸ਼ਿਕਾਰ ਨਹੀਂ ਹੁੰਦਾ। ਪਗ ਲਗ ਰਾਮ ਰਹਿ ਸਰਨਾਹੀ, ਵੀ ਜਿਹੜਾ ਗੁਰੂ ਦੇ ਚਰਨੀ ਲਾ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ, ਉਹ ਕਦੇ ਭਰਮ ਦੇ ਵਿੱਚ ਨਹੀਂ ਪੈਂਦਾ। ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤੇ ਸਿਮਰਨ ਕਰਕੇ ਵਹਿਮਾਂ ਭਰਮਾਂ ਤੋਂ ਬਚਿਆ ਰਹਿੰਦਾ ਹੈ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ। ਧੰਨ ਭਗਤ ਕਬੀਰ ਜੀ ਹੁਣ ਅੱਗੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਦਿਨ ਆਵਨ ਲੱਗਾ। ਭਗਤ ਕਬੀਰ ਜੀ ਕਹਿੰਦੇ ਨੇ, ਉਹ ਦਿਨ ਜਿਸ ਨੂੰ ਕੋਈ ਵੀ ਆਦਮੀ ਯਾਦ ਰੱਖਣਾ ਵੀ ਜਾਂ ਉਹਦੇ ਬਾਰੇ ਸੁਣਨਾ ਵੀ ਕੁਝ ਪਸੰਦ ਨਹੀਂ ਕਰਦਾ, ਉਹ ਦਿਨ ਕਿਹੜਾ ਹੈ? ਉਹ ਹੈ ਮਰਨ ਦਾ ਦਿਨ। ਤੁਸੀਂ ਮਰਨ ਦੀ ਗੱਲ ਕਿਸੇ ਨਾਲ ਵੀ ਸਾਂਝੀ ਕਰਕੇ ਦੇਖੋ, ਉਸੇ ਵੇਲੇ ਤੁਹਾਡੇ ਮੂੰਹ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ। ਸੋ ਦਿਨ ਆਵਨ ਲੱਗਾ। ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਉਹ ਦਿਨ ਹੁਣ ਆਉਣ ਹੀ ਲੱਗਿਆ, ਭਾਵ ਉਹ ਮੌਤ ਦਾ ਦਿਨ ਬਹੁਤ ਨੇੜੇ ਆ ਗਿਆ। ਮਾਤ ਪਿਤਾ ਭਾਈ ਸੁਤ ਬੰਤਾ, ਆ ਜਿਹੜੇ ਦੁਨਿਆਵੀ ਮਾਤਾ ਪਿਤਾ ਨੇ, ਸਾਡੇ ਭਰਾ ਨੇ, ਪੁੱਤਰ ਹੈ, ਬੰਤਾ ਘਰਵਾਲੀ ਹੈ, ਕਹੋ ਕਉ ਹੈ ਕਾਂ ਕਾ। ਭਗਤ ਜੀ ਕਹਿੰਦੇ ਨੇ, ਦੱਸੋ ਉਸ ਸਮੇਂ ਕੋਈ ਕਿਸੇ ਦਾ ਕੌਣ ਸਾਥੀ ਬਣੇਗਾ? ਭਾਵ ਕਿਸੇ ਨੇ ਕਿਸੇ ਦਾ ਸਾਥੀ ਨਹੀਂ ਬਣਨਾ। ਜਦੋਂ ਮੌਤ ਦਾ ਦਿਨ ਆਉਂਦਾ ਹੈ, ਉਸ ਵੇਲੇ ਕੋਈ ਦੁਨਿਆਵੀ ਸਾਖ ਸੰਬੰਧੀ ਸਾਡਾ ਸਹਾਇਕ ਨਹੀਂ ਹੋ ਸਕਦਾ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ। ਲੋ ਭਗਤ ਜੀ ਫਰਮਾਉਂਦੇ ਨੇ, ਵੇਖੋ ਇਹ ਸਮਾਂ ਕਿਵੇਂ ਆਪਣੀ ਚਾਲ ਤੁਰਿਆ ਜਾ ਰਿਹਾ ਹੈ, ਕੋਈ ਇਸ ਨੂੰ ਰੋਕਦਾ ਨਹੀਂ ਹੈ। ਦਿਨ ਤੇ ਪਹਿਰ, ਪਹਿਲਾਂ ਸਾਨੂੰ ਇਉਂ ਜਾਪਦਾ ਹੈ ਵੀ ਜਦੋਂ ਸਵੇਰੇ ਉੱਠਦੇ ਹਾਂ ਵੀ ਪੂਰਾ ਦਿਨ ਸਾਡੇ ਲਈ ਪਿਆ ਹੈ, ਇਹਦੇ ਵਿੱਚ ਜੋ ਮਰਜ਼ੀ ਕਰਦੇ ਰਵਾਂਗੇ। ਪਰ ਦਿਨਾਂ ਤੋਂ ਪਹਿਰ, ਪਹਿਰ ਤੋਂ ਘੜੀਆਂ, ਘੜੀਆਂ ਹੋ ਕੇ ਸਮਾਂ ਬੀਤਦਾ ਜਾਂਦਾ। ਆਪ ਕਟੈ ਤਨ ਛੀਜੈ। ਲੋ ਭਗਤ ਜੀ ਕਹਿੰਦੇ ਨੇ, ਪਹਿਲਾਂ ਦਿਨ ਪ੍ਰਤੀਤ ਹੁੰਦਾ ਹੈ, ਫਿਰ ਦਿਨਾਂ ਤੋਂ ਪਹਿਰਾਂ ਤੇ ਗੱਲ ਆ ਜਾਂਦੀ ਹੈ, ਪਹਿਰਾਂ ਤੋਂ ਬਾਅਦ ਘੜੀਆਂ ਤੇ ਗੱਲ ਆ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ ਤੇ ਤਨ ਛੀਜੈ, ਜਿਹੜਾ ਸਰੀਰ ਦਾ ਬਲ ਹੈ, ਉਹ ਵੀ ਕਮਜ਼ੋਰ ਹੁੰਦਾ ਜਾਂਦਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਕਾਲ ਅਹੇਰੀ, ਅਹੇਰੀ ਕਹਿੰਦੇ ਨੇ ਸ਼ਿਕਾਰੀ ਨੂੰ। ਜਿਹੜਾ ਕਾਲ ਰੂਪ ਸ਼ਿਕਾਰੀ ਹੈ, ਉਹ ਇਸ ਤਰ੍ਹਾਂ ਸਾਡੇ ਪਿੱਛੇ ਲੱਗਿਆ ਫਿਰਦਾ ਹੈ ਜਿਵੇਂ ਕੋਈ ਹੋਰ ਸ਼ਿਕਾਰੀ ਸ਼ਿਕਾਰ ਦੇ ਮਗਰ ਲੱਗਿਆ ਹੁੰਦਾ। ਜਿਹੜੇ ਸ਼ਿਕਾਰੀ ਨੇ, ਜਦੋਂ ਸ਼ਿਕਾਰ ਦੇ ਮਗਰ ਲੱਗੇ ਹੋਣ ਤੇ ਉਹ ਹਰ ਢੰਗ ਤਰੀਕੇ ਦੇ ਨਾਲ ਉਹਨੂੰ ਘੇਰ ਘੇਰ ਕੇ ਤੇ ਉਹਨੂੰ ਹੰਬਾ ਹੰਬਾ ਕੇ ਉਹਨੂੰ ਮਾਰਨਾ ਚਾਹੁੰਦੇ ਨੇ। ਕਾਲ ਅਹੇਰੀ ਫਿਰੈ ਬਦਕ ਜਿਉ। ਇਸੇ ਤਰ੍ਹਾਂ ਕਾਲ ਰੂਪੀ ਸ਼ਿਕਾਰੀ, ਦੁਨਿਆਵੀ ਸ਼ਿਕਾਰੀ ਦੀ ਤਰ੍ਹਾਂ ਉਹ ਸਾਡੇ ਪਿੱਛੇ ਲੱਗਿਆ ਫਿਰਦਾ ਹੈ। ਕਹੋ ਕਵਨ ਬਿਦ ਕੀਜੈ। ਦੱਸੋ ਫਿਰ ਮਹਾਰਾਜ ਕਿਹੜੀ ਤਰਕੀਬ ਵਰਤੀ ਉਸ ਤੋਂ ਬਚਣ ਵਾਸਤੇ? ਉਹ ਕਿਹੜਾ ਢੰਗ ਤਰੀਕਾ ਹੈ, ਕਿਹੜੀ ਜੁਗਤੀ ਹੈ ਜਿਹਦੇ ਨਾਲ ਕਾਲ ਤੋਂ ਬਚਿਆ ਜਾਵੇ? ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾ ਰਹਾਉ। ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮੁਖੋ ਉਹ ਜਿਹੜਾ ਦਿਨ ਹੈ ਆਉਣ ਹੀ ਲੱਗਿਆ, ਭਾਵ ਉਹ ਸਮੇਂ ਦਾ ਪਤਾ ਨਹੀਂ, ਕਿਸੇ ਵੇਲੇ ਵੀ ਆ ਸਕਦਾ ਹੈ। ਉਹ ਦਿਨ ਹੁਣ ਆਉਣ ਹੀ ਲੱਗਿਆ ਹੈ, ਇਹ ਗੱਲ ਸਮਝਣੀ ਚਾਹੀਦੀ ਹੈ। ਮਾਤਾ ਪਿਤਾ ਭਰਾ ਪੁੱਤਰ ਤੇ ਬੰਤਾ ਇਸਤਰੀ, ਦੱਸੋ ਉਸ ਦਿਨ ਕੌਣ ਕਿਸੇ ਦਾ ਸਹਾਈ ਹੋਵੇਗਾ? ਕਿਸੇ ਨੇ ਕਿਸੇ ਦਾ ਸਹਾਈ ਨਹੀਂ ਹੋਣਾ। ਭਾਵ ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਉਸ ਵੇਲੇ ਇਹ ਇਕੱਲਾ ਹੀ ਮਨੁੱਖ ਸਭ ਕੁਝ ਛੱਡ ਕੇ ਇੱਥੋਂ ਤੁਰ ਜਾਂਦਾ ਹੈ।
ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ। ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਮਨੁੱਖ ਦੀ ਐਸੀ ਇਹ ਇੱਕ ਨਾ ਸਮਝੀ ਵਾਲੀ ਹਾਲਤ ਹੈ। ਜਬ ਲਗ ਜੋਤ ਕਾਇਆ ਮੈਂ ਵਰਤੈ, ਜਿੰਨਾ ਚਿਰ ਤੱਕ ਸਾਡੀ ਦੇਹ ਦੇ ਵਿੱਚ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜੋ ਤੋਂ ਮੁਰਾਦ ਹੈ ਚੈਤਨ ਸੱਤਾ ਦੀ, ਜੀਵਨ ਕਲਾ ਦੀ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ, ਭਾਵ ਸਾਡੇ ਅੰਦਰ ਰੂਹ ਆਤਮਾ ਮੌਜੂਦ ਹੈ, ਆਪਾ ਪਸ਼ੂ ਨਾ ਬੂਝੈ, ਉਨਾ ਚਿਰ ਤੱਕ ਇਹ ਜਿਹੜਾ ਪਸ਼ੂ ਅਚੇਤ ਜੀਵ ਹੈ ਇਹ ਆਪਣੇ ਆਪੇ ਨੂੰ ਸਮਝਦਾ ਹੀ ਨਹੀਂ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ, ਇਹ ਮਨੁੱਖ ਐਸਾ ਪਸ਼ੂ ਵਾਂਗੂ ਅਚੇਤ ਹੈ, ਇਹ ਆਪਣੇ ਆਪੇ ਨੂੰ ਸਮਝਦਾ ਹੀ ਨਹੀਂ ਹੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਬਸ ਇਸ ਦੇ ਮਨ ਦੇ ਵਿੱਚ ਇੱਕੋ ਹੀ ਲਾਲਚ ਹੈ ਵੀ ਮੈਂ ਬਹੁਤਾ ਚਿਰ ਸੰਸਾਰ ਦੇ ਵਿੱਚ ਜਿਉਂਦਾ ਰਵਾਂ। ਲਾਲਚ ਕਰੈ ਜੀਵਨ ਪਦ ਕਾਰਨ, ਵੀ ਇਸ ਲੰਬੇਰੇ ਜੀਵਨ ਪਦਵੀ ਜੀਵਨ ਪਦ ਨੂੰ ਪ੍ਰਾਪਤ ਕਰਨ ਵਾਸਤੇ ਹੀ ਲਾਲਚ ਕਰਦਾ ਹੈ, ਵਧੇਰੇ ਜੀਵਨ ਜਿਉਣ ਦੇ ਲਈ ਹੀ ਲਾਲਚ ਕਰਦਾ ਹੈ। ਲੋਚਨ ਕਛੂ ਨਾ ਸੂਝੈ, ਪਰ ਇਹਨੂੰ ਇਹਨਾਂ ਅੱਖਾਂ ਦੇ ਨਾਲ ਦਿਸਦਾ ਕੁਝ ਨਹੀਂ। ਕਿਉਂਕਿ ਚਾਹੀਦਾ ਤੇ ਇਹ ਹੈ ਵੀ ਇਸ ਮਨੁੱਖ ਨੂੰ ਜਨਮ ਤੇ ਲੈ ਲਿਆ ਹੈ ਤੇ ਹੁਣ ਇਹ ਹੌਲੀ ਹੌਲੀ ਮੌਤ ਵੱਲ ਨੂੰ ਵੱਧ ਰਿਹਾ ਹੈ, ਵੀ ਉਸ ਮੌਤ ਤੇ ਆਉਣ ਤੋਂ ਪਹਿਲਾਂ ਪਹਿਲਾਂ ਕੁਛ ਤਿਆਰੀ ਕਰੇ, ਪਰ ਇਹ ਉਸ ਪਾਸੇ ਵੱਲ ਨੂੰ ਧਿਆਨ ਨਹੀਂ ਦਿੰਦਾ। ਲਾਲਚ ਕਰੇ ਜੀਵਨ ਪਦ ਕਾਰਨ, ਹੋਰ ਵਧੇਰੇ ਜੀਵਨ ਪਦਵੀ ਪ੍ਰਾਪਤ ਕਰਨ ਦੇ ਲਈ, ਭਾਵ ਲੰਬੇਰੀ ਜ਼ਿੰਦਗੀ ਜਿਉਣ ਦਾ ਲਾਲਚ ਕਰਦਾ ਹੈ ਤੇ ਅੱਖਾਂ ਦੇ ਨਾਲ ਦਿਸਦਾ ਇਸ ਨੂੰ ਕੁਛ ਨਹੀਂ, ਭਾਵ ਇਸਨੇ ਮੌਤ ਵੱਲੋਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਇਹਦੀ ਹਾਲਤ ਉਸ ਤਰ੍ਹਾਂ ਹੈ ਜਿਵੇਂ ਕੋਈ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਵੇ, ਬਈ ਹੁਣ ਤੇ ਮੈਂ ਮੌਤ ਤੋਂ ਬਚ ਗਿਆ। ਪਰ ਜੇ ਕੋਈ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਵੀ ਲੈਂਦਾ, ਉਹ ਮੌਤ ਤੋਂ ਬਚ ਥੋੜਾ ਸਕਦਾ। ਇਹ ਮਨੁੱਖ ਚਾਹੇ ਕਿੰਨੀਆਂ ਵੀ ਅੱਖਾਂ ਬੰਦ ਕਰੇ, ਪਰ ਇਹ ਕਦੇ ਮੌਤ ਤੋਂ ਬਚ ਨਹੀਂ ਸਕਦਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ। ਲੋ ਭਗਤ ਕਬੀਰ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਇਹ ਪ੍ਰਾਣਾਧਾਰੀ ਜੀਵੋ ਸੁਣੋ ਉਪਦੇਸ਼, ਛੋਡੋ ਮਨ ਕੇ ਭਰਮਾ। ਜਿਹੜੇ ਮਨ ਦੇ ਭਰਮ ਭੁਲੇਖੇ ਨੇ ਸਾਰੇ ਛੱਡ ਦਿਓ। ਭਾਵ ਇੱਕ ਤਾਂ ਸਭ ਤੋਂ ਵੱਡਾ ਭਰਮ ਇਹ ਹੈ, ਅਸੀਂ ਇਹ ਸਮਝੀ ਬੈਠੇ ਹਾਂ ਬਈ ਅਸੀਂ ਤੇ ਮਰਨਾ ਹੀ ਨਹੀਂ, ਅਸੀਂ ਤੇ ਹਮੇਸ਼ਾ ਹੀ ਇੱਥੇ ਰਹਿਣਾ। ਇਹ ਜਿਹੜੇ ਭਰਮ ਭੁਲੇਖੇ ਪਏ ਹੋਏ ਨੇ ਨਾ ਵੀ ਲੋਕ ਮਰਦੇ ਨਹੀਂ ਅਸੀਂ ਨਹੀਂ ਮਰਨਾ, ਇਹੋ ਜਿਹੇ ਭਰਮ ਭੁਲੇਖੇ ਸਾਰੇ ਛੱਡ ਦਿਓ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਹੀ ਸਰਨਾ। ਫਿਰ ਮਹਾਰਾਜ ਕੋਈ ਕਾਲ ਤੋਂ ਬਚਣ ਦਾ ਵੀ ਤਰੀਕਾ ਹੈ? ਤਾਂ ਭਗਤ ਜੀ ਕਹਿੰਦੇ ਹਾਂ, ਕੇਵਲ ਦਾ ਅਰਥ ਹੈ ਵੀ ਨਿਰੋਲ, ਕੇਵਲ ਨਿਰੋਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ। ਹੈ ਪ੍ਰਾਣਾਧਾਰੀ ਜੀਵੋ ਪਰੋ ਏਕ ਕੀ ਸਰਨਾ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ। ਤੇ ਜਿਹੜਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਰੋਲ ਨਾਮ ਜਪਦਾ ਹੈ, ਬਈ ਉਹੀ ਕਾਲ ਤੋਂ ਬਚ ਸਕਦਾ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਬਿਨ ਹਰ ਨਾਮ ਨ ਬਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਅੱਗੇ ਹਜ਼ੂਰ ਲਿਖਦੇ ਨੇ, ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭੈ ਹੈ। ਆ ਜਿੰਨੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਰਾਮ ਤੇ ਰਹੀਮ ਨੇ, ਇਹ ਵੀ ਕਾਲ ਤੋਂ ਸਾਨੂੰ ਨਹੀਂ ਬਚਾ ਸਕਦੇ। ਕਾਲ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਹੀ ਸਰਨਾ। ਤੁਸੀਂ ਅਕਾਲ ਦੀ ਸ਼ਰਨ ਵਿੱਚ ਚਲੇ ਜਾਓ। ਕਲਗੀਧਰ ਪਾਤਸ਼ਾਹ ਦੇ ਹੋਰ ਵੀ ਬੜੇ ਸਿੱਖਿਆਦਾਇਕ ਬਚਨ ਨੇ, ਬਿਨਾ ਸ਼ਰਨ ਤਾਕੀ ਨਹੀਂ ਔਰ ਓਟੰ, ਬਚੇਗਾ ਨਾ ਕੋਈ ਕਰੈ ਕਾਲ ਚੋਟੰ, ਜਿਤੇ ਸ਼ਰਨ ਐਹੈ ਤਿਤੇ ਰਾਖ ਲੈਹੈ। ਵੀ ਜਿੰਨੇ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਵੀ ਉਹੀ ਕਾਲ ਤੋਂ ਬਚਦੇ ਨੇ, ਹੋਰ ਕੋਈ ਕਾਲ ਤੋਂ ਨਹੀਂ ਬਚਾ ਸਕਦਾ। ਜੋ ਜਨ ਭਾਉ ਭਗਤ ਕਛ ਜਾਣੈ, ਤਾਕੋ ਅਚਰਜ ਕਾਹੋ। ਲੋਕ ਕਹਿੰਦੇ ਨੇ ਭਗਤ ਕਬੀਰ ਜੀ ਕਾਫੀ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਕਾਂਸ਼ੀ ਵਿੱਚ ਬਿਤਾਇਆ, ਤੇ ਫਿਰ ਇਹਨਾਂ ਪੰਡਤਾਂ ਨੇ ਰਲ ਕੇ ਇੱਕ ਵਾਰੀ
ਸਲਾਹ ਕੀਤੀ। ਉਹ ਕਹਿਣ ਲੱਗੇ ਭਗਤ ਕਬੀਰ ਜੀ ਦੀ ਬੜੀ ਇੱਥੇ ਪ੍ਰਸਿੱਧੀ ਹੋਈ ਹੈ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਕਾਂਸ਼ੀ ਤੋਂ ਬਾਹਰ ਭੇਜ ਦੇਈਏ। ਉਹਨਾਂ ਨੇ ਭਗਤ ਕਬੀਰ ਜੀ ਦੇ ਕੋਲ ਆ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਭਗਤ ਜੀ ਸਾਨੂੰ ਹੁਣ ਪਤਾ ਲੱਗਿਆ ਬਈ ਤੁਸੀਂ ਕਾਂਸ਼ੀ ਵਿੱਚ ਕਿਉਂ ਰਹਿੰਦੇ ਹੋ। ਭਗਤ ਜੀ ਕਹਿਣ ਲੱਗੇ ਦੱਸੋ। ਕਹਿਣ ਲੱਗੇ ਤੁਸੀਂ ਤਾਂ ਰਹਿੰਦੇ ਹੋ ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਬਈ ਕਾਂਸ਼ੀ ਵਿੱਚ ਮਰ ਕੇ ਹੀ ਮੁਕਤੀ ਮਿਲਣੀ ਹੈ। ਜਿਹੜਾ ਮਨੁੱਖ ਕਾਂਸ਼ੀ ਵਿੱਚ ਮਰਦਾ ਉਹੀ ਮੁਕਤ ਹੋ ਸਕਦਾ ਹੈ, ਕਿਉਂਕਿ ਇਹਨਾਂ ਪੰਡਤ ਲੋਕਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਭਰ ਦਿੱਤਾ ਸੀ ਕਾਂਸ਼ੀ ਮਰਨਾਂਤ ਮੁਕਤੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹਨੂੰ ਹੀ ਮੁਕਤੀ ਮਿਲੇਗੀ, ਇਸੇ ਕਾਰਨ ਤੁਸੀਂ ਕਾਂਸ਼ੀ ਵਿੱਚ ਰਹਿੰਦੇ ਹੋ। ਪਰ ਭਗਤ ਕਬੀਰ ਜੀ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤ ਸਨ। ਉਹ ਕਹਿਣ ਲੱਗੇ ਐਸੀ ਕੋਈ ਗੱਲ ਨਹੀਂ, ਜੇ ਤੁਹਾਡੇ ਮਨ ਦੇ ਵਿੱਚ ਇਹ ਭੁਲੇਖਾ ਪੈ ਹੀ ਗਿਆ ਹੈ, ਚਲੋ ਮੈਂ ਇਹ ਤੁਹਾਡਾ ਭੁਲੇਖਾ ਕੱਢਣ ਵਾਸਤੇ ਤਿਆਰ ਹਾਂ। ਉਸੇ ਵੇਲੇ ਭਗਤ ਕਬੀਰ ਜੀ ਨੇ ਆਪਣੇ ਪਰਿਵਾਰ ਨੂੰ, ਸੇਵਕਾਂ ਨੂੰ ਆਖਿਆ ਵੀ ਆਪਾਂ ਹੁਣ ਇੱਥੇ ਨਹੀਂ ਰਹਿਣਾ, ਆਪਾਂ ਹੁਣ ਜਿਹੜੀ ਮਗਹਰ ਧਰਤੀ ਹੈ, ਹੜੰਬਾ ਧਰਤੀ ਹੈ, ਜਿਸਨੂੰ ਬਿਆਸ ਜੀ ਨੇ ਸਰਾਫ ਦਿੱਤਾ ਹੋਇਆ, ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤਾ ਬਣੇਗਾ, ਹੁਣ ਆਪਾਂ ਉੱਥੇ ਚੱਲਣਾ। ਤੇ ਜਦੋਂ ਇਹ ਗੱਲ ਹੋਈ ਤੇ ਜਿਹੜੇ ਕੁਛ ਲੋਕ ਸਨ ਉਹ ਕਹਿਣ ਲੱਗੇ ਭਗਤ ਕਬੀਰ ਤੇ ਭੋਲਾ ਹੀ ਹੈ, ਉਹ ਇਹਨਾਂ ਪੰਡਤਾਂ ਦੇ ਕਿਹਾ ਕਾਂਸ਼ੀ ਛੱਡ ਕੇ ਹੁਣ ਹੜੰਬਾ ਧਰਤੀ ਨੂੰ ਜਾਣ ਲੱਗਿਆ, ਕੀ ਕਾਰਨ ਹੈ। ਤਾਂ ਉਸ ਵੇਲੇ ਕੁਛ ਪ੍ਰੇਮੀ ਭਗਤ ਜੀ ਆਏ, ਭਗਤ ਜੀ ਕੋਲ ਆਏ ਨੇ। ਜੋ ਕੁਛ ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸਨ ਉਹਨਾਂ ਦੇ ਬਾਰੇ ਆ ਕੇ ਚਰਚਾ ਕੀਤੀ, ਤਾਂ ਭਗਤ ਕਬੀਰ ਜੀ ਨੇ ਉਹਨਾਂ ਦੀ ਤਸੱਲੀ ਵਾਸਤੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਕਿ ਐ ਵਾਹਿਗੁਰੂ ਦੇ ਪਿਆਰੇ ਲੋਗੋ, ਐ ਵਾਹਿਗੁਰੂ ਦੇ ਪਿਆਰਿਓ ਸੰਤ ਜਨੋ, ਮੈਂ ਤੇ ਬੁੱਧੀ ਦਾ ਭੋਰਾ ਦਾ ਅਰਥ ਭੋਲਾ ਹਾਂ, ਮੈਂ ਤੇ ਬੁੱਧੀ ਦਾ ਭੋਲਾ ਹਾਂ, ਸਿੱਧਾ ਹਾਂ। ਜੋ ਤਨ ਕਾਂਸੀ ਤਜੈ ਸ਼੍ਰੀ ਕਬੀਰਾ ਰਮਈਆ ਕਹਾਂ ਨਹੀਂ ਹੋ ਰਹਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਲੋਕ ਤਾਂ ਮੈਨੂੰ ਇਹ ਸਮਝਦੇ ਨੇ ਵੀ ਮਤ ਦਾ ਭੋਲਾ ਹੈ, ਇਹ ਤੇ ਸਿੱਧਾ ਹੈ, ਇਹਨੂੰ ਪਤਾ ਨਹੀਂ। ਪੰਡਤ ਲੋਕ ਇਹਨਾਂ ਨੂੰ ਈਰਖਾ ਵਸ਼ ਇਥੋਂ ਬਾਹਰ ਕੱਢਣਾ ਚਾਹੁੰਦੇ ਨੇ, ਪਰ ਇਹ ਮਤ ਦਾ ਭੋਲਾ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਪਰ ਭਗਤ ਜੀ ਕਹਿੰਦੇ ਨਹੀਂ, ਮੈਨੂੰ ਸਭ ਕੁਛ ਦਾ ਪਤਾ ਹੈ। ਤੁਸੀਂ ਤਾਂ ਲੋਕ ਇਹ ਸਮਝਦੇ ਹੋ ਜੋ ਤਨ ਕਾਸੀ ਤਜਹ ਕਬੀਰਾ, ਜੇ ਕਬੀਰ ਭਗਤ ਕਾਂਸ਼ੀ ਵਿੱਚ ਸਰੀਰ ਛੱਡੇ ਤਾਂ ਠੀਕ ਰਹੇਗਾ, ਕਿਉਂਕਿ ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲ ਜਾਂਦੀ ਹੈ। ਪਰ ਭਗਤ ਜੀ ਕਹਿੰਦੇ ਨੇ ਰਮਈਆ ਕਹਾਂ ਨਹੀਂ ਹੋ ਰਹਾ, ਤੇ ਫਿਰ ਵਾਹਿਗੁਰੂ ਨੂੰ ਪ੍ਰਸੰਨ ਕਰਨ ਦਾ ਕੀ ਲਾਭ ਹੋਇਆ। ਜੇ ਕਾਂਸ਼ੀ ਵਿੱਚ ਰਹਿ ਕੇ ਹੀ ਮੁਕਤੀ ਦਾ ਕੋਈ ਸਾਨੂੰ ਲਾਲਚ ਹੋਵੇ, ਭਗਤੀ ਕਰਨ ਦਾ ਸਾਨੂੰ ਕੀ ਲਾਭ ਹੋਇਆ। ਇਸ ਲਈ ਵਾਹਿਗੁਰੂ ਦੀ ਭਗਤੀ ਮਹਾਨ ਹੈ। ਵਾਹਿਗੁਰੂ ਦੀ ਭਗਤੀ ਕਰਨ ਵਾਲਾ ਚਾਹੇ ਕਿਤੇ ਵੀ ਚਲਿਆ ਜਾਵੇ, ਕਿਤੇ ਵੀ ਉਹ ਸਰੀਰ ਛੱਡ ਦੇਵੇ, ਤੇ ਉਹਨੂੰ ਮੁਕਤੀ ਮਿਲਦੀ ਹੀ ਮਿਲਦੀ ਹੈ। ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈਣ ਵਾਲੇ ਨੇ ਵੀ ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ, ਭਗਤੀ ਕਰਕੇ ਮੁਕਤੀ ਮਿਲਦੀ ਹੈ। ਇਸ ਲਈ ਅਸੀਂ ਭਗਤੀ ਕੀਤੀ ਹੈ, ਰੱਬ ਨੂੰ ਖੁਸ਼ ਕੀਤਾ, ਸਾਨੂੰ ਕਿਸੇ ਗੱਲ ਦਾ ਵਹਿਮ ਭਰਮ ਨਹੀਂ ਹੈ। ਕਿਤੇ ਵੀ ਸਰੀਰ ਛੱਡ ਦੇਈਏ ਤੇ ਅਸੀਂ ਤੇ ਰੱਬ ਦੇ ਕੋਲ ਜਾਵਾਂਗੇ। ਲਓ ਹੁਣ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਹਨ, ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜਿਹੜਾ ਜਨ ਵਾਹਿਗੁਰੂ ਦਾ ਦਾਸ ਭਾਉ ਭਗਤ ਪ੍ਰੇਮਾ ਭਗਤੀ ਨੂੰ ਕੁਛ ਕਰਨਾ ਜਾਣਦਾ, ਜਿਹੜਾ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਕੁਛ ਕਰਨਾ ਜਾਣਦਾ ਹੈ, ਤਾਕੋ ਅਚਰਜ ਕਾਹੋ, ਬਈ ਉਹਦੀ ਮੁਕਤੀ ਦੇ ਵਿੱਚ ਉਹਦੀ ਮੁਕਤੀ ਹੋ ਜਾਣੀ, ਇਹਦੇ ਵਿੱਚ ਕੀ ਕੋਈ ਅਚਰਜ ਗੱਲ ਹੈ, ਇਹਦੇ ਵਿੱਚ ਕਿਹੜੀ ਹੈਰਾਨੀ ਵਾਲੀ ਗੱਲ ਹੈ। ਜਿਹੜਾ ਮਨੁੱਖ ਪ੍ਰੇਮਾ ਭਗਤੀ ਕਰਦਾ ਹੈ, ਚਾਹੇ ਥੋੜੀ ਹੀ ਕਰੇ, ਉਹਨੇ ਤੇ ਮੁਕਤ ਹੋਣਾ ਹੀ ਹੋਣਾ ਹੈ, ਇਹਦੇ ਵਿੱਚ ਕਿਹੜੀ ਹੈਰਾਨੀ ਵਾਲੀ ਗੱਲ ਹੈ। ਜੋ ਜਲ ਜਲ ਮੈਂ ਪੈਸ ਨ ਨਿਕਸੈ ਤਿਉ ਟੁਰ ਮਿਲਿਓ ਜੁਲਾਹੋ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਕਬੀਰ ਜੁਲਾਹਾ, ਤੇ ਇਉਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਟੁਰ ਦਾ ਅਰਥ ਹੈ ਟੁਲ ਕੇ। ਇਹ ਜਿਹੜਾ ਕਬੀਰ ਭਗਤ ਜੁਲਾਹਾ ਹੈ, ਇਹ ਤੇ ਟੁਰ ਦਾ ਅਰਥ ਹੈ ਵੀ ਦੇਹ ਮਾਨ ਵੱਲੋਂ ਢਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਮਿਲ ਗਿਆ ਹੈ
ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਵੇ, ਜਿਵੇਂ ਪਾਣੀ ਵਿੱਚ ਪਾਣੀ ਰਲ ਕੇ ਕਦੇ ਬਾਹਰ ਨਹੀਂ ਨਿਕਲਦਾ, ਇਸੇ ਤਰ੍ਹਾਂ ਤਿਉਂ ਟੁਰ ਮਿਲਿਓ ਜਲਾਹੋ। ਤੇ ਮੈਂ ਵੀ ਦੇ ਅਵਮਾਨ ਵੱਲੋਂ ਢਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਿਆ ਹਾਂ। ਇਸ ਲਈ ਮੈਨੂੰ ਹੁਣ ਦੱਸੋ, ਇਸ ਤੋਂ ਪਰੇ ਹੋਰ ਕੋਈ ਮੁਕਤੀ ਹੋ ਸਕਦੀ ਹੈ? ਮੈਂ ਤੇ ਹਰ ਵੇਲੇ ਵਾਹਿਗੁਰੂ ਦੇ ਵਿੱਚ ਇਉਂ ਲੀਨ ਹੋਇਆ ਰਹਿਣਾ ਹਾਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਹਨੂੰ ਪਹਿਲਾਂ ਹੀ ਇਹ ਅਵਸਥਾ ਪ੍ਰਾਪਤ ਹੋ ਜਾਵੇ ਤੇ ਉਹਨੂੰ ਫਿਰ ਹੋਰ ਕਿਸੇ ਮੁਕਤੀ ਦੀ ਕੀ ਲੋੜ ਰਹਿ ਜਾਂਦੀ ਹੈ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾ ਸੀ ਤਜੈ ਕਬੀਰਾ, ਰਮਈਐ ਕਹਾ ਨਿਹੋਰਾ ਰਹਾਉ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਐ ਵਾਹਿਗੁਰੂ ਦੇ ਲੋਗੋ, ਐ ਸਾਈਂ ਲੋਕੋ, ਸਾਧੂਓ, ਮੈਂ ਤੋ ਮਤ ਕਾ ਭੋਰਾ। ਲੋਕ ਸਮਝਦੇ ਨੇ ਮੈਂ ਤੇ ਮਤ ਦਾ ਭੋਲਾ ਹਾਂ, ਪਰ ਮੈਂ ਠੀਕ ਹੈ ਆਪਣੇ ਮਤ ਦਾ ਭੋਲਾ ਜ਼ਰੂਰ ਹੋਵਾਂਗਾ, ਪਰ ਮੈਨੂੰ ਇਸ ਗੱਲ ਤੇ ਭਰੋਸਾ ਵੀ ਹੈ ਵੀ ਮੈਂ ਵਾਹਿਗੁਰੂ ਦੀ ਭਗਤੀ ਕੀਤੀ ਹੈ ਤੇ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਮੁਕਤੀ ਦੇਣੀ ਹੀ ਦੇਣੀ ਹੈ, ਮੈਂ ਜਿੱਥੇ ਜਾ ਕੇ ਮਰਜੀ ਰਵਾਂ। ਜੋ ਤਨ ਕਾਂਸੀ ਤਜਹਿ ਕਬੀਰਾ, ਜੇ ਕਬੀਰ ਭਗਤ ਕਾਂਸੀ ਵਿੱਚ ਹੀ ਸਰੀਰ ਛੱਡ ਦਿੰਦਾ ਹੈ, ਲੋਕਾਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਬਣਿਆ ਰਹੇਗਾ ਬਈ ਸ਼ਾਇਦ ਭਗਤ ਕਬੀਰ ਜੀ ਨੇ ਭਾਵੇਂ ਭਗਤੀ ਵੀ ਕੀਤੀ, ਪਰ ਜਿਹੜਾ ਕਾਂਸ਼ੀ ਵਿੱਚ ਰਹਿ ਕੇ ਸਰੀਰ ਛੱਡਿਆ ਹੈ ਨਾ, ਇਸ ਲਈ ਕਾਂਸ਼ੀ ਵਿੱਚ ਰਹਿਣਾ ਉਹਨਾਂ ਨੇ ਇਸ ਲਈ ਪਸੰਦ ਕੀਤਾ ਵੀ ਮੁਕਤੀ ਇੱਥੇ ਮਿਲ ਸਕਦੀ ਸੀ। ਇਹ ਵਹਿਮ ਭਰਮ ਕੱਢਣ ਵਾਸਤੇ ਹੀ ਭਗਤ ਜੀ ਕਹਿੰਦੇ ਨੇ, ਮੈਂ ਹੁਣ ਕਾਂਸ਼ੀ ਵਿੱਚ ਨਹੀਂ ਰਵਾਂਗਾ, ਮੈਂ ਹੜੰਬਾ ਧਰਤੀ ਤੇ ਜਾਵਾਂਗਾ। ਰਮਈਆ ਕਹਾਂ ਨਿਹੋਰਾ। ਲੋ ਭਗਤ ਜੀ ਕਹਿੰਦੇ ਨੇ, ਜੇ ਕਾਂਸ਼ੀ ਵਿੱਚ ਹੀ ਮਰ ਕੇ ਮੈਨੂੰ ਮੁਕਤੀ ਦੀ ਕੋਈ ਇੱਛਾ ਹੁੰਦੀ ਤੇ ਫਿਰ ਵਾਹਿਗੁਰੂ ਨੂੰ ਪ੍ਰਸੰਨ ਕਰਨ ਦਾ, ਨਿਹੋਰਾ ਦਾ ਅਰਥ ਹੁੰਦਾ ਮਨਾਉਣਾ, ਪ੍ਰਸੰਨ ਕਰਨਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਦੱਸੋ ਮੈਨੂੰ ਕੀ ਲਾਭ ਹੋਇਆ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਸਪਸ਼ਟ ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ। ਭਗਤ ਜੀ ਕਹਿੰਦੇ, ਇਹ ਦੁਨੀਆ ਦੇ ਲੋਈ ਲੋਕੋ ਸੁਣ ਲਵੋ। ਇਹ ਸਾਰੀ ਦੁਨੀਆ ਨੂੰ, ਲੁਗਾਈ ਨੂੰ ਸੰਬੋਧਨ ਕੀਤਾ ਹੈ। ਇਹ ਦੁਨੀਆ ਦੇ ਲੋਗੋ ਸਾਰੇ ਕੰਨ ਖੋਲ ਕੇ ਸੁਣ ਲਵੋ। ਭਰਮ ਨਾ ਭੁੱਲੋ, ਕੋਈ ਇਹੋ ਜਿਹੇ ਭਰਮ ਦੇ ਵਿੱਚ ਕੋਈ ਮਤਾ ਭੁੱਲੇ ਫਿਰੋ ਬਈ ਅਸੀਂ ਕਾਂਸ਼ੀ ਵਿੱਚ ਹੀ ਮਰ ਕੇ ਮੁਕਤ ਹੋਣਾ ਹੈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਜੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ, ਰਾਮ ਹਿਰਦੈ ਜੋ ਹੋਈ। ਜੇਕਰ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਕਿਆ ਕਾਂਸ਼ੀ, ਫਿਰ ਕਾਂਸ਼ੀ ਵੀ ਉਹਦੇ ਮੂਹਰੇ ਕੀ ਅਰਥ ਰੱਖਦੀ ਹੈ। ਕਿਆ ਊਖਰ, ਤੇ ਊਖਰ ਜਿਹੜੀ ਆ ਕਲਰੀ ਧਰਤੀ, ਉਹ ਵੀ ਉਹਦੇ ਮੂਹਰੇ ਕੀ ਅਰਥ ਰੱਖਦੀ ਹੈ। ਤੇ ਮਗਹਰ ਜਿਹੜੀ ਹੜੰਬਾ ਧਰਤੀ ਹੈ, ਜਿੱਥੇ ਕਹਿੰਦੇ ਸਰਾਫ ਮਿਲਿਆ ਹੋਇਆ, ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ। ਤੇ ਉਹਨੂੰ ਇਹਨਾਂ ਗੱਲਾਂ ਦੀ ਕੀ ਪਰਵਾਹ ਹੈ, ਨਾ ਉਹਨੂੰ ਕਾਂਸ਼ੀ ਦੀ ਕੋਈ ਕਾਂਸ਼ੀ ਵਿੱਚ ਰਹਿਣ ਦੀ ਇੱਛਾ ਹੈ, ਨਾ ਉਸਨੂੰ ਕਲਰੀ ਧਰਤੀ ਤੋਂ ਕੋਈ ਨਫ਼ਰਤ ਹੈ, ਤੇ ਨਾ ਹੀ ਉਹ ਹੜੰਬਾ ਧਰਤੀ ਤੇ ਜਾਣ ਤੋਂ ਝਿਜਕਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਨਾਮ ਹੁੰਦਾ। ਜਿਹਦੇ ਹਿਰਦੇ ਵਿੱਚ ਨਾਮ ਹੋਵੇ ਉਹਨੂੰ ਕਾਂਸ਼ੀ ਵਿੱਚ ਤੇ ਕਲਰੀ ਧਰਤੀ ਤੇ ਹੜੰਬਾ ਧਰਤੀ ਵਿੱਚ ਕੋਈ ਫਰਕ ਨਹੀਂ ਜਾਪਦਾ, ਕਿਉਂਕਿ ਉਹ ਤੇ ਜਿੱਥੇ ਵੀ ਜਾਂਦਾ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਨੇ। ਜਿੱਥੇ ਵੀ ਉਹ ਜਾਂਦਾ ਹੈ ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਇਸ ਲਈ ਜਿਹਦੇ ਹਿਰਦੇ ਵਿੱਚ ਨਾਮ ਹੈ ਨਾ, ਸਭ ਤੋਂ ਵੱਡੀ ਗੱਲ ਤਾਂ ਨਾਮ ਦੀ ਹੈ, ਤੇ ਉਹਦੀ ਮੁਕਤੀ ਅਵਸ਼ ਹੁੰਦੀ ਹੈ। ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਸ ਵਿਚਾਰ ਨੂੰ ਸੁਣਿਆ, ਇਹਨੂੰ ਆਪਣਾ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ। ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।